ਜਿਹੜੇ ਬੰਦੇ ਕਹਿੰਦੇ ਨਾ ਜੀ ਸਾਡੇ ਤੇ ਜਾਦੂ ਕਰ ਛੜਿਆ ਕਿਸੇ, ਉਹਦਾ ਮੈਂ ਤੁਹਾਨੂੰ ਹਾਲ ਦੱਸਣ ਲੱਗਾ ਕੁਰਾਨ 'ਚ। ਕਿਉਂਕਿ ਜਾਦੂ ਜੇ ਕੁਰਾਨ ਹੀ ਰੋਕਦਾ, ਹੋਰ ਕੋਈ ਚੀਜ਼ ਨਹੀਂ ਰੋਕਦੀ। ਕੁਰਾਨ ਤੋਂ ਅੱਗੇ ਕੋਈ ਚੀਜ਼ ਕੋਈ ਨਹੀਂ। ਕੁਰਾਨ ਔਰ ਉਹ ਤੁਹਾਨੂੰ ਵਜ਼ੀਫਾ ਦੱਸਣ ਲੱਗਾ ਕਿ ਜਿਹੜਾ ਵਜ਼ੀਫਾ ਪੀਰ ਸੈयद ਨਸੀਰੁद्दीन ਨਸੀਰ ਸਾਹਿਬ ਨੇ ਦੱਸਿਆ ਆਪਣੇ ਮੁਰੀਦਾਂ ਨੂੰ, ਉਹ ਵਜ਼ੀਫਾ ਤੁਹਾਨੂੰ ਦੱਸਣ ਲੱਗਾ। ਆਪਣੇ ਕੋਲ ਨਹੀਂ ਦੱਸਣ ਲੱਗਾ ਵੀ ਮੈਂ ਤੁਹਾਨੂੰ ਪਿਆ ਦੱਸਣਾ ਜਾਂ ਮੈਂ ਕੱਢਿਆ ਵਜ਼ੀਫਾ, ਮੈਂ ਨਹੀਂ ਕੱਢਿਆ, ਮੈਂ ਉਹਨਾਂ ਕੋਲ ਸੁਣਿਆ ਤਾਂ ਤੁਹਾਨੂੰ ਜਿਹੜਾ ਨਾ ਤੁਹਾਡੇ ਤੱਕ ਪਹੁੰਚਾ ਰਿਹਾ। ਕਿਸੇ ਨੇ ਪੀਰ ਸੈयद ਨਸੀਰੁद्दीन ਨਸੀਰ ਸਾਹਿਬ ਨੂੰ ਪੁੱਛਿਆ, ਬੜੀ ਵੱਡੀ ਹਸਤੀ ਹੋਏ ਨੇ ਗੋਲਰਾ ਸ਼ਰੀਫ ਵਾਲੇ, ਕਿ ਹਜ਼ੂਰ ਜਾਦੂ। ਉਹਨਾਂ ਕਿਹਾ ਵੀ ਮੇਰੀ ਗੱਲ ਸੁਣੋ, ਪਹਿਲੇ ਨੰਬਰ ਦੇ ਅਗਰ ਅੱਲਾ ਕਿਸੇ ਦਾ ਨੁਕਸਾਨ ਨਾ ਕਰਨਾ ਚਾਹਵੇ ਤੇ ਪੂਰੀ ਦੁਨੀਆ ਦੇ ਬਾਬੇ ਤੇ ਪੀਰ ਮਿਲ ਕੇ ਵੀ ਉਹਦਾ ਨੁਕਸਾਨ ਕਰ ਸਕਦੇ ਨਹੀਂ। ਅਗਰ ਅੱਲਾ ਕਿਸੇ ਦਾ ਨੁਕਸਾਨ ਕਰਨਾ ਚਾਹਵੇ ਤੇ ਫਿਰ ਪੂਰੀ ਦੁਨੀਆ ਦੇ ਬਾਬੇ ਤੇ ਪੀਰ ਮਿਲ ਕੇ ਵੀ ਉਹਦਾ ਫਾਇਦਾ ਕਰ ਸਕਦੇ। ਇਹ ਪੱਕੀ ਗੱਲ ਆਪਣੇ ਸੀਨੇ 'ਚ ਬਿਠਾ ਲਓ, ਕਿਉਂਕਿ ਅੱਲਾ ਦੀ ਤਰਫੋਂ ਨਿਜ਼ਾਮ ਹੁੰਦਾ ਹੈ, ਅੱਲਾ ਦੀ ਤਰਫੋਂ। ਇਹ ਕਈ ਵਾਰੀ ਬੰਦਾ 2000 ਡਾਕਟਰ ਵਾਲੇ ਕੋਲ ਦਵਾਈ ਲਿਆਉਂਦਾ, ਉਹਨੂੰ ਆਰਾਮ ਨਹੀਂ ਹੁੰਦਾ। ਕੋਈ ਆਂਦਾ ਯਾਰ ਹੈ ਗਲੀ ਦੇ ਵਿੱਚ ਇੱਕ ਡਾਕਟਰ ਹੈ, ਉਹਦੇ ਕੋਲ ਦਵਾਈ ਲੈ ਕੇ ਵੇਖ, ਅੱਛਾ ਉਹਦੇ ਕੋਲ ਦਵਾਈ ਲੈਂਦਾ, ਉਹਨੂੰ ਆਰਾਮ ਆ ਜਾਂਦਾ। ਹੁਣ ਜ਼ਰਾ ਤਵੱਜੋ ਕਰਨੀ, ਹੁਣ 2000 ਰੁਪਇਆ ਫੀਸ ਵਾਲਾ ਡਾਕਟਰ, ਉਹਦੇ ਕੋਲ ਉਹਨੂੰ ਆਰਾਮ ਨਹੀਂ ਆਇਆ, ਉਹਦੀ ਦਵਾਈ ਵੀ ਚੰਗੀ ਸੀ, ਦਵਾਈ ਵੀ ਬ੍ਰਾਂਡ ਦੀ ਸੀ। ਮਹੱਲੇ ਵਾਲੇ ਡਾਕਟਰ ਕੋਲ ਗਿਆ, ਉਹਨੇ ਉਂਝ ਉਹ ਡੱਬੀਆਂ ਵਿੱਚ ਗੋਲੀਆਂ ਕੱਢ ਕੇ 4-5 ਦਿੱਤੀਆਂ, ਉਹਨੇ ਖਾਧੀ, ਉਹਨੇ ਕਿਹਾ ਯਾਰ ਮੈਨੂੰ ਆਰਾਮ ਆ ਗਿਆ। ਇਹ ਵੇਖੋ ਫਰਕ ਕੀ ਹੈ। ਫਰਕ ਇਹ ਨਹੀਂ ਵੀ ਇਸ ਡਾਕਟਰ ਦੀ ਦਵਾਈ ਵਿੱਚ ਜ਼ਿਆਦਾ ਅਸਰ ਸੀ ਜਾਂ ਇਹਦੀ ਦਵਾਈ ਅੱਛੀ ਸੀ, ਨਹੀਂ, ਦਵਾਈ ਉਹਦੀ ਅੱਛੀ ਸੀ, ਉਹਨੇ ਬ੍ਰਾਂਡ ਦੀ ਦਵਾਈ ਦਿੱਤੀ ਹੈ, ਲੇਕਿਨ ਆਰਾਮ ਇਹਦੇ ਨਾਲ ਕਿਉਂ ਆਇਆ ਇਹ ਸਮਝੋ ਗੱਲ। ਉਹਦੀ ਬਿਮਾਰੀ ਦਾ ਦਿਨ ਮੁੱਦਤ ਖਤਮ ਹੀ ਇਸ ਦਿਨ ਹੋਣੀ ਸੀ ਜਿੱਦਣ ਉਹਨੇ ਉੱਥੇ ਦਵਾਈ ਲੈਣੀ ਸੀ। ਉਹਦੀ ਲਿਖਿਆ ਸੀ ਕਿ ਇਸ ਦਿਨ ਇਹਦੀ ਬਿਮਾਰੀ ਮੁੱਕ ਜਾਣੀ। ਉਹ ਜਿਹਦੇ ਕੋਲ ਵੀ ਦਵਾਈ ਲੈਂਦਾ ਨਾ ਉਹਨੂੰ ਆਰਾਮ ਆ ਜਾਣਾ ਸੀ। ਉਹ ਭਾਵੇਂ ਕਈ ਵਾਰੀ ਬੰਦਾ ਆਂਦਾ ਯਾਰ ਮੈਂ ਕਾਹਵਾ ਪੀਤਾ ਮੈਨੂੰ ਆਰਾਮ ਆ ਗਿਆ, ਮੈਂ ਮਹੀਨਾ ਦਵਾਈਆਂ ਖਾਧੀਆਂ ਮੈਨੂੰ ਆਰਾਮ, ਮੈਂ ਕਾਹਵਾ ਪੀਤਾ। ਉਹ ਕਾਹਵੇ ਨੇ ਤੈਨੂੰ ਆਰਾਮ ਨਹੀਂ ਦਿੱਤਾ, ਤੇਰੀ ਬਿਮਾਰੀ ਦੀ ਮੁੱਦਤ ਹੀ ਇੰਨੀ ਸੀ, ਤੈਨੂੰ ਉਸ ਦਿਨ ਸ਼ਿਫਾ ਲੱਭਣੀ ਲੱਭਣੀ। ਤੂੰ ਕਿਸੇ ਵੀ ਡਾਕਟਰ ਕੋਲ ਟੁਰ ਜਾਂਦਾ, ਕਿਸੇ ਕੋਲ ਵੀ ਟੁਰ ਜਾਂਦਾ ਤਾਂ ਤੈਨੂੰ ਸ਼ਿਫਾ ਲੱਭ ਜਾਣੀ ਸੀ। ਇਸ ਵਾਸਤੇ ਇਹ ਵੇਖੋ, ਅਗਰ ਕੋਈ ਕਾਲਾ ਜਾਦੂ ਕਿਸੇ को आंदा मेरे ते जादू होया या ਉਹਦੇ ਵਾਸਤੇ मैं वजीफा दसन लगा, अगर दिल मुतमईन करने वास्ते ए पढ़ लो कुरान पाक के अंदर वजीफा, वमा हुम बिदारीन बिहिम मिन अहदिन इल्ला बिइज़्निल्लाह। ए छोटा जिहा जे वजीफा, वमा हुम बिदारीन बिहिम मिन अहदिन इल्ला बिइज़्निल्लाह। ए छोटा जिहा अगर किसी को कोई परेशानी हो मेरे तो किसी जादू कर छड़िया या टूना कर छड़िया, जिन्नी ज़्यादा पढ़ोगे अल्लाह ताला उन्नियां बरकतां पैदा करेगा और जादू शादू टूने शोने नूं अल्लाह दूर फरमा देगा, रद्द कर देगा, ख़त्म कर देगा। इस वास्ते इन्हां चीज़ां ते यकीन ईमान होना बहुत ज़रूरी है। आखिरी मसला सुन लो, सजदा साहब का मसला है, नमाज का मसला जो नमाज का बड़ा ज़रूरी और अहम मसला कि सजदा साहब कदों किया जाता है और इसका तरीका कार की है। मुख्तसर 1-2 मिनट च सुन लवो, फिर असी अपना मौजू बयान करने। नमाज दे ने 14 वाजबात किन्ने, अगर कोई पुछ ही लवे, नमाज दे 14 वाजबात ने, 6 नमाज दी शर्तां ने, 7 नमाज दे फराइज ने ते 14 नमाज दे वाजबात ने। हर बंदे नहीं पता, लेकिन पता होना चाहिए, इलम होना चाहिए। कोई पुछ ही लवे भी नमाज दी शर्तां किन्नियां ने तो बंदा आखे मैनू नहीं पता, तो जे बंदा पूछे भी अपने कारोबार का हिसाब दे तो बंदे नूं सारा पता है, तो दीन का बंदे नूं पता ना होवे, इस्लाम का बंदे नूं पता ना होवे। ऐ सुनो जी, मैं जल्दी दे नाल, टाइम मुख्तसर है। 14 वाजबात ने, अगर उन्होंने 14 विचों मैं तफसीलन बयान करा तो हो सकता 15-20 मिनट ये लग जाए, किसी जुम्मे इंशाअल्लाह मैं तफसीलन बयान कर देंगा। उन्होंने 14 चीज़ों में अगर एक चीज़ भी छुट जाए, कमी हो जाए, तो फिर बंदे नूं सजदा साहब करना पैंदा है। सजदा साहब का की तरीका है कि जदों बंदा आखिरी कादे दे अंदर बहंदा ना, आखिरी रकत दे अंदर अत्ताहियात च बहंदा है, मैं पंजाबी दे अंदर चलो तुहानूं समझाना। अत्ताहियात च जदों बंदा बहंदा है ना, तो पूरी अत्ताहियात पढ़ के तो सज्जे पासे की करदा है, की करदा जी, सज्जे पासे अस्सलामु अलैकुम रहमतुल्लाह, सज्जे पासे सलाम फेर के तो फिर की करदा है, सजदा करदा है। की करदा है? सजदा करदा है। इनू कहंदे ने सजदा साहब, कि जेड़े वाजबात तोड़े वाजबात विच कोई वाजिब छुट गया, कई बार इमाम साहब को गलती हो जाए तो इमाम साहब भी सजदा करते हैं, तो पिछे मुक्तदी भी करते हैं, उन्होंने कहते हैं सजदा साहब। वह तरीका वे अत्ताहियात तुसी पूरी पढ़नी, दुरूद शरीफ नहीं पढ़ना, सिर्फ अत्ताहियात पूरी पढ़ के
تو پھر تسی سلام پھیر کے سجے پاسے تسی سجدہ کرنا ہے. پھر جدو اٹھنا ہے تو پھر اتحیات شروع کرنا ہے. کتوں؟ درود شریف تو نہیں، اتحیات پھر پڑھنی ہے، پھر دروشی پڑھنا ہے، پھر ربی جالنی پڑھنی ہے، تو پھر سلام پھیرنا ہے، پھر تہاڈی نماز مکمل ہو جائے گی. اگر تسی سجدہ سہو نہیں کیتا تہاڈی نماز کوئی نہیں. اے سن لو ایڈا ضروری مسئلہ جی. اگر امام صاحب نو غلطی لگی ہے تو امام صاحب نے بھی سجدہ سہو نہیں نہ کیتا تو دوبارہ نماز پڑھائی جائے گی، دوبارہ نماز پڑھی جائے گی. سجدہ سہو یہ چیز ہے کہ تسی سجدہ کر کے دوبارہ کہیں دروشی پڑھ لیندے، کہیں آنے ربی جال نہیں پڑھ، صرف پڑھ کے سلام پھیر لیندے. نہیں، اتحیات پڑھ کے درود ابراہیمی پڑھ کے ربی جال نہیں پڑھ کے تو پھر تسی سلام پھیرنا ہے. یہ سجدہ سہو دا طریقہ ہے کہ جیڑی تھوڑے کو غلطی ہو گئی ہے یہ تسی او دا یہ سمجھ لو بھی ارجانہ ادا کر دے پے، پھر اللہ دی پاک بارگاہ جھک گئے ہو کہ یا اللہ میرے کو غلطی ہو گئی مینوں معاف کر دے، تو اللہ تعالیٰ معاف کر دیندا تو نماز بھی ہو جاندی. اگر سجدہ صاحب نہ کیتا جائے تو پھر نماز نہیں ہوئے گی. اللہ پاک سانو سارے نو ان چیزاں تے عمل کرنے دی توفیق عطا فرمائے. کیونکہ ضروری باتاں ہوندیاں نے، اگے بھی تسی کسے نو دسو گے تو تہاڈا فائدہ ہے. اگر بندے نو خود علم ہوئے گا کسے نو دسے، وہ اگو کسے نو دسے تو انج دین پھیلے گا، علم دوسرے لوگاں تک جائے گا. پچھلے جمعۃ المبارک دے اندر آپ حضرات دے سامنے